ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੇ ਜੀਵ ਨੂੰ ਸੰਸਾਰ ਦੇ ਵਿੱਚ ਭੇਜਿਆ ਕਿ ਭਾਈ ਪਰਮੇਸ਼ਰ ਦੀ ਪ੍ਰਾਪਤੀ ਕਰਨੀ, ਸੰਸਾਰ ਦੀ ਨਿਵਰਤੀ ਕਰਨੀ। ਤੂੰ ਸੰਸਾਰ ਦੇ ਵਿੱਚ ਆਣ ਕੇ ਮਾਇਆ ਦੇ ਪਿੱਛੇ ਲੱਗ ਕੇ ਭੁੱਲ ਗਿਆ। ਤੋ ਮਹਾਰਾਜ ਫਿਰ ਦੁਬਾਰਾ ਜੀਵ ਨੂੰ ਚੇਤੇ ਕਰਾਉਂਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ। ਸਾਧ ਸੰਗਤ, ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਉਹ ਜਿਹੜਾ ਆਨੰਦ ਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਤੋ ਮਹਾਰਾਜ ਕਹਿੰਦੇ ਕਿ ਭਾਈ ਇਹ ਜਿਹੜਾ ਜੀਵ ਆ ਨਾ, ਇਹ ਉਹ ਆਨੰਦ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਕਿਉਂਕਿ ਜ਼ੋਰ ਨਾਲ ਜੁਗਤੀ ਛੁੱਟੇ ਸੰਸਾਰ। ਜ਼ੋਰ ਦੇ ਨਾਲ ਉਹ ਵਾਹਿਗੁਰੂ ਪਰਮਾਤਮਾ ਵਸ 'ਚ ਨਹੀਂ ਆਉਂਦਾ। ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਜੁਗਤੀ ਦੇ ਨਾਲ ਹੀ ਭਾਈ ਉਹ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ। ਤੋ ਪਰਮਾਤਮਾ ਪ੍ਰੇਮ, ਸ਼ਰਧਾ, ਇਹਦੇ ਦੁਆਰਾ ਪਰਮਾਤਮਾ ਪ੍ਰਗਟ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਾਈ ਉਸ ਵਾਹਿਗੁਰੂ ਪਰਮਾਤਮਾ ਜੀ ਨੇ ਤਾਂ ਸਭ ਕੁਝ ਜੀਵ ਨੂੰ ਦਿੱਤਾ। ਚਾਨਣ ਵਾਸਤੇ ਸੂਰਜ ਦਿੱਤਾ, ਤਪਸ਼ ਵਾਸਤੇ ਸੂਰਜ ਦਿੱਤਾ, ਪੀਣ ਵਾਸਤੇ ਪਾਣੀ, ਸਾਹ ਲੈਣ ਵਾਸਤੇ ਹਵਾ, ਰਹਿਣ ਵਾਸਤੇ ਧਰਤੀ। ਫਿਰ ਵੀ ਮਨੁੱਖ ਨੂੰ ਇਉਂ ਲੱਗਦਾ ਕਿ ਮੈਨੂੰ ਮਿਲਿਆ ਕੁਝ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਕਿ ਆਪਣੀ ਕਿਰਪਾ ਜੇ ਕਰੇ ਤਾਂ ਗੁਰ ਕਾ ਸ਼ਬਦ ਕਮਾਏ। ਕਿਉਂਕਿ 4 ਪ੍ਰਕਾਰ ਦੀ ਕਿਰਪਾ ਇਕੱਠੀ ਹੋਵੇ ਤੇ ਫਿਰ ਪਰਮਾਤਮਾ ਦਾ ਗਿਆਨ ਹੁੰਦਾ। ਤੋ ਸਭ ਤੋਂ ਪਹਿਲੀ ਕਿਰਪਾ ਜਿਹੜੀ ਹੈਗੀ ਆ, ਉਹ ਹੈਗੀ ਬ੍ਰਹਮ ਕਿਰਪਾ। ਸਰੀਰ ਤੰਦਰੁਸਤ ਮਿਲ ਜਾਣਾ, ਇਹ ਸਭ ਤੋਂ ਪਹਿਲੋਂ ਬ੍ਰਹਮ ਕਿਰਪਾ ਹੁੰਦੀ। ਦੂਸਰੀ ਬ੍ਰਹਮ ਗਿਆਨੀ ਕੋਲੋਂ ਸ਼ਬਦ ਮਿਲ ਜਾਣਾ, ਇਹ ਦੂਸਰੀ ਕਿਰਪਾ। ਤੀਸਰੀ ਸ਼ਾਸਤਰ ਕਿਰਪਾ, ਸ਼ਾਸਤਰਾਂ ਦਾ ਗਿਆਨ ਹੋ ਜਾਣਾ ਕਿ ਮੈਂ ਕੀ ਆ, ਸੰਸਾਰ ਕੀ ਆ, ਕੀ ਕਰਨ ਆਇਆ, ਕੀ ਕੀਤਾ, ਇਹ ਤੀਸਰੀ ਕਿਰਪਾ। ਤੇ ਚੌਥੀ ਕਿਰਪਾ ਮਹਾਰਾਜ ਕਹਿੰਦੇ ਆਪਣੀ ਕਿਰਪਾ। ਉਦਮ ਕਰੇਂਦਿਆਂ ਜੀਵ ਤੂੰ, ਕਮਾਵਦਿਆਂ ਸੁਖ ਪੁੰਚ। ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ। ਕਿਉਂਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਜੀ ਜਿਸ ਤਰ੍ਹਾਂ ਮੰਦਰ ਬਣਾ ਕੇ
ਤੇ ਮੂਰਤੀ ਸਥਾਪਿਤ ਕੀਤੀ ਜਾਂਦੀ ਆ। ਇਸੇ ਤਰ੍ਹਾਂ ਹੀ ਇਮਾਰਤ ਬਣਾ ਕੇ ਮਹਾਰਾਜ ਦੀ ਵਿੱਚ ਸਵਾਰੀ ਰੱਖ ਕੇ ਗੁਰਦੁਆਰਾ ਬਣਾਇਆ ਜਾਂਦਾ। ਤਾਂ ਮਹਾਰਾਜ ਕਹਿੰਦੇ ਆ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਕੋਈ ਥਾਪ ਨਹੀਂ ਸਕਦਾ ਹਿਰਦੇ ਦੇ ਵਿੱਚ। ਬ੍ਰਹਮਾ ਵੀ ਆਣ ਕੇ ਉਪਦੇਸ਼ ਦੇਵੇ ਤੇ ਉਹ ਵੀ ਦਾਅਵਾ ਨਹੀਂ ਕਰ ਸਕਦਾ ਕਿ ਤੈਨੂੰ ਇਸ ਤਰੀਕ ਨੂੰ ਬ੍ਰਹਮ ਗਿਆਨ ਹੋ ਜਾਣਾ। ਤੋ ਮਹਾਰਾਜ ਕਹਿੰਦੇ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਹੱਥ ਵਿੱਚ ਆ ਕਿ ਬਾਬਾ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਤੁਸੀਂ ਚਾਂਸ ਦੇਵੋ, ਜਿਸ ਨੂੰ ਤੁਸੀਂ ਵਾਤਾਵਰਨ ਦੇਵੋ ਸਤਸੰਗ ਦਾ, ਸੇਵਾ ਦਾ, ਸਿਮਰਨ ਦਾ, ਦਇਆ ਦਾ, ਪਰਉਪਕਾਰ ਦਾ, ਭਲੇ ਦਾ, ਜਿਸ ਨੂੰ ਤੁਸੀਂ ਵਾਤਾਵਰਨ ਦੇਵੋ, ਮਹਾਰਾਜ ਉਹੋ ਹੀ ਵਾਹਿਗੁਰੂ ਪਰਮਾਤਮਾ ਨੂੰ ਪਾ ਸਕਦਾ। ਦੂਸਰਾ ਜੀਵ ਆਪਣੇ ਜ਼ੋਰ ਦੇ ਨਾਲ ਕਿਵੇਂ ਪਾ ਸਕਦਾ? ਤੋ ਵਾਹਿਗੁਰੂ ਪਰਮਾਤਮਾ ਜਦੋਂ ਵੀ ਪ੍ਰਗਟ ਹੁੰਦਾ ਤੇ ਆਪਣੇ ਆਪ ਹੀ ਪ੍ਰਗਟ ਹੁੰਦਾ ਹਿਰਦੇ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਵੀ ਭਾਵ ਰੱਖਣਾ ਚਾਹੀਦਾ ਕਿ ਵਾਹਿਗੁਰੂ ਪਰਮਾਤਮਾ ਜੀ ਤੁਸੀਂ ਆਪ ਹੀ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਾ ਸਕਦੇ ਆ। ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਕਾਮ। ਤੁਸੀਂ ਆਪ ਹੀ ਉਸ ਜੋਤੀ ਦੇ ਵਿੱਚ ਜੋਤੀ ਮਿਲਾ ਸਕਦੇ ਆ। ਪਾਵੇ ਤਾਂ ਸੋ ਜਨ ਦੇਹ, ਇਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇਹ ਵਿਚਾਰੀ ਜੀਵ ਆਤਮਾ ਹੋਰ ਕੀ ਕਰ ਸਕਦੀ ਆ? ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਕਿਉਂਕਿ ਆਨੰਦ ਸਰੂਪ ਪਰਮਾਤਮਾ ਨੂੰ ਪਾਉਣ ਵਾਸਤੇ ਜਿਹੜਾ ਵਾਤਾਵਰਨ ਆ ਉਹ ਹੀ ਪਰਮਾਤਮਾ ਨੂੰ ਮਿਲਾ ਸਕਦਾ। ਤੋ ਵਿਚਾਰੀ ਜਿਹਦੇ ਕੋਲ ਖਾਣ ਨੂੰ ਅੰਨ ਨਾ ਹੋਵੇ, ਪਹਿਨਣ ਨੂੰ ਕੱਪੜਾ ਨਾ ਹੋਵੇ, ਰਹਿਣ ਨੂੰ ਘਰ ਨਾ ਹੋਵੇ, ਤੇ ਭਿਖਾਰੀ ਉਹਨੂੰ ਕਿਹਾ ਜਾਂਦਾ ਵਿਚਾਰਾ। ਤੇ ਉਹ ਫਿਰ ਭਿੱਖਿਆ ਮੰਗ ਕੇ ਆਪਣੇ ਪੇਟ ਉਧਰਾ ਕਰਦਾ, ਪੇਟ ਦੀ ਭੁੱਖ ਮਿਟਾਉਂਦਾ। ਤੋ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਕਿ ਹੇ ਭਾਈ ਇਸੇ ਤਰ੍ਹਾਂ ਹੀ ਇਹਦੇ ਅਸਥੂਲ ਹੋ ਗਿਆ ਨਾ ਵਿਚਾਰਾ, ਪਰ ਜਿਹੜਾ ਸੂਖਸ਼ਮ ਵਿਚਾਰਾ ਹੁੰਦਾ ਵਾ ਉਹ ਜੀਵ ਆਤਮਾ ਵਿਚਾਰੀ ਹੁੰਦੀ। ਜਿਸ ਜੀਵ ਆਤਮਾ ਦੇ ਵਿੱਚ ਦੈਵੀ ਗੁਣ ਨਾ ਹੋਣ, ਦਇਆ, ਸੰਤੋਖ, ਧੀਰਜ, ਖਿਮਾ, ਨਿਮਰਤਾ, ਸਹਿਜ, ਅਡੋਲਤਾ, ਇਹ ਜਿਹੜੇ ਸਤੋ ਗੁਣ ਦੈਵੀ ਗੁਣ ਜਿਹਦੇ ਵਿੱਚ ਨਾ ਹੋਣ ਜੀਵ ਆਤਮਾ ਦੇ ਵਿੱਚ, ਉਹ ਵੀ ਵਿਚਾਰੀ ਹੁੰਦੀ ਆ, ਉਹ ਭਿਖਾਰੀ ਹੁੰਦੀ ਆ। ਉਹ ਵੀ ਦੂਸਰਿਆਂ ਦੇ ਅੱਗੇ ਹੱਥ ਅੱਡਦੀ ਹੈ ਕਿ ਕੋਈ ਮੈਨੂੰ ਸ਼ਾਂਤੀ ਦੇ ਦਿਓ, ਕੋਈ ਮੈਨੂੰ ਮੁਕਤੀ ਦੇ ਦਿਓ, ਕੋਈ ਮੈਨੂੰ ਆਨੰਦ ਦੇ ਦਿਓ, ਕੋਈ ਮੈਨੂੰ ਸੁੱਖ ਦੇ ਦਿਓ, ਪਰ ਦੇਵੇ ਕੌਣ? ਤੋ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਵਿਚਾਰੀ ਆ, ਇਹ ਜੀਵ ਆਤਮਾ ਕੀ ਕਰ ਸਕਦੀ ਆ? ਇਹਦੇ ਵੱਸ ਵਿੱਚ ਕੁਝ ਨਹੀਂ ਹੈਗਾ, ਇਹ ਭਿਖਾਰੀ ਹੋ ਗਈ ਹੈ। ਜਿਸ ਤਰ੍ਹਾਂ ਦਾ ਅਭਿਆਸ ਜੀਵ ਕਰੂਗਾ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ। ਤੋ ਮਹਾਰਾਜ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਉਹ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਵੀ ਬਣਾ ਦਿੰਦਾ, ਭੀਖ ਮੰਗਣ ਤੇ ਵੀ ਲਾ ਦਿੰਦਾ, ਤੇ ਭੀਖ ਵਾਲਿਆਂ ਨੂੰ ਰਾਜਾ ਵੀ ਬਣਾ ਸਕਦਾ। ਇਸ ਕਰਕੇ ਜਿੱਦਾਂ ਦਾ ਜੀਵ ਆਤਮਾ ਅਭਿਆਸ ਕਰਦੀ ਆ, ਸੋਚਦੀ ਆ, ਚਿੰਤਨ ਕਰਦੀ ਆ, ਮੰਨਣ ਕਰਦੀ ਆ, ਉਦਾਂ ਦੀ ਹੀ ਜੀਵ ਆਤਮਾ ਹੋ ਜਾਂਦੀ ਆ। ਜੇ ਭ੍ਰਮ ਦਾ ਚਿੰਤਨ ਕਰੂਗੀ, ਭ੍ਰਮ ਦੇ ਵਿੱਚ ਆਜੂ, ਨਿਰਭੈਤਾ ਦਾ ਚਿੰਤਨ ਕਰੂ, ਨਿਰਭੈ ਹੋ ਜਾਏਗੀ। ਤੋ ਮਹਾਰਾਜ ਕਹਿੰਦੇ ਜਿਵੇਂ ਸਰੀਰ ਵਿਚਾਰਾ ਹੁੰਦਾ, ਗਰੀਬ ਵਿਚਾਰਾ ਹੁੰਦਾ, ਇਸੇ ਤਰ੍ਹਾਂ ਜੀਵ ਆਤਮਾ ਜਿਹੜੀ ਹੈਗੀ, ਜਿਹਦੇ ਵਿੱਚ ਕੋਈ ਸ਼ੁਭ ਗੁਣ ਨਹੀਂ ਹੈਗਾ, ਉਹ ਵੀ ਵਿਚਾਰੀ ਆ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਪਾ ਸਕਦੀ ਆ?
ਉਹਦੇ ਭਾਈ ਆਪ ਸੁਖ ਸ਼ਾਂਤੀ ਵਾਸਤੇ ਤਰਲੇ ਮਾਰਦੀ ਫਿਰਦੀ ਹੈ। ਇੱਕ ਭਰਮ ਭੁਲੇ ਫਿਰੇ ਦਾ ਦਿਸ, ਇੱਕ ਨਾਮ ਲੱਗ ਸਵਾਰਿਆ। ਤੋ ਇਹ ਜੀਵ ਆਤਮਾ ਜਿਹੜੀ ਆ, ਇਹ ਮਾਇਆਵੀ ਭਰਮ ਭੈ ਦੇ ਜਾਲ 'ਚ ਫਸ ਕੇ ਤੇ ਦੁਖੀ ਹੁੰਦੀ ਰਹਿੰਦੀ। ਸਾਧ ਸੰਗਤ, ਇਹੋ ਹੀ ਜਨਮ ਮਰਨ ਹੁੰਦਾ। 84 ਲੱਖ ਦਾ ਗੀੜਾ ਵੀ ਇਹੋ ਹੀ ਹੁੰਦਾ ਕਿ ਜੀਵ ਆਤਮਾ ਦਾ ਪਤਨ ਹੋ ਜਾਵੇ, ਜੀ ਆਤਮਾ ਨਿਰਾਸ਼ ਹੋ ਜਾਵੇ, ਹਤਾਸ਼ ਹੋ ਜਾਵੇ, ਉਹਨੂੰ ਕੁਝ ਨਾ ਸੁਝੇ, ਇਹ ਹੀ ਜੀਵ ਆਤਮਾ ਦਾ ਮਰਨ ਹੁੰਦਾ। ਤੇ ਫਿਰ ਪੁੰਨਾ ਕਰਕੇ ਉੱਭਰ ਜਾਵੇ, ਸੁਰਤ ਵਿੱਚ ਆ ਜਾਵੇ ਜੀਵ ਆਤਮਾ, ਤੇ ਇਹ ਫਿਰ ਜਨਮ ਹੁੰਦਾ। ਇਸ ਕਰਕੇ ਬਾਰ-ਬਾਰ ਜੀਵ ਆਤਮਾ ਦਾ ਪਤਨ ਹੁੰਦਾ, ਬਾਰ-ਬਾਰ ਜੀਵ ਆਤਮਾ ਦਾ ਫਿਰ ਉਥਾਨ ਹੁੰਦਾ। ਤੋਂ ਮ੍ਰਿਤਿੂ ਹੋ ਜਾਂਦੀ, ਫਿਰ ਉਹਦਾ ਜਨਮ ਹੁੰਦਾ। ਇਹੋ ਹੀ 84 ਲੱਖ ਜੂਨਾਂ ਦਾ ਗੇੜਾ ਹੁੰਦਾ, ਇਹੋ ਹੀ ਜਨਮ ਮਰਨ ਹੁੰਦਾ। ਤੋਂ ਮਹਾਰਾਜ ਕਹਿੰਦੇ ਨੇ ਕਿ ਭਾਈ, ਕਿ ਜਦੋਂ ਭਰਮ ਦੇ ਵਿੱਚ ਆ ਜਾਂਦੀ ਆ ਤੇ ਉਸ ਵੇਲੇ ਫਿਰ ਇਹਦੀ ਬੁੱਧੀ ਜਿਹੜੀ ਹੈਗੀ ਆ, ਉਹ ਮਾਇਆ ਹਰਨ ਕਰ ਲੈਂਦੀ ਆ। ਜਦੋਂ ਬੁੱਧੀ ਹਰਨ ਕਰ ਲੈਂਦੀ ਆ ਤੇ ਫਿਰ ਕੀ ਕਰਨਾ ਕੀ ਨਹੀਂ ਕਰਨਾ ਇਹਦੀ ਸੋਝੀ ਨਹੀਂ ਰਹਿੰਦੀ। ਕੀ ਖਾਣਾ ਕੀ ਨਹੀਂ ਖਾਣਾ, ਕੀ ਬੋਲਣਾ ਕੀ ਨਹੀਂ ਬੋਲਣਾ, ਕੀ ਸੁਣਨਾ ਕੀ ਨਹੀਂ ਸੁਣਨਾ। ਤੋ ਮਹਾਰਾਜ ਕਹਿੰਦੇ ਫਿਰ ਬੁੱਧਮ ਹਰਣਮ ਨਰਕਮ ਪਰਣਮ। ਤੋ ਮਤ ਜਿਹੜੀ ਹੈਗੀ ਆ, ਜੀਵ ਆਤਮਾ ਹੌਲੀ ਹੋ ਜਾਂਦੀ ਆ। ਉਹ ਕਈ ਪ੍ਰਕਾਰ ਦੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੀ ਹੈ। ਕਈ ਹਾਥੀ ਧੋਂਦੇ ਰਹਿੰਦੇ ਆ, ਕਈ ਹੋਰ ਬਿੱਲੀ ਰਸਤਾ ਕੱਟ ਜਾਵੇ ਉਹਦਾ ਭਰਮ ਕਰਦੇ ਆ। ਤੋਂ ਮਹਾਰਾਜ ਕਹਿੰਦੇ ਉਹ ਮਨਮੁਖ ਹੁੰਦੇ ਆ, ਜਿਹੜੇ ਮਨ ਦੇ ਪਿੱਛੇ ਲੱਗਦੇ ਆ, ਜਿਹੜੇ ਮਾਇਆ ਦੇ ਪਿੱਛੇ ਲੱਗਦੇ ਆ, ਉਹ ਮਨਮੁਖ ਹੁੰਦੇ ਆ। ਤੇ ਜਿਹੜੇ ਗੁਰਮੁਖ ਹੁੰਦੇ ਆ, ਉਹ ਭਾਈ ਉਦਮ ਕਰਦੇ ਆ। ਉਦਮ ਕਰਿੰਦਿਆਂ ਜੀਵ ਤੋਂ ਕਮਾਵਦਿਆਂ ਸੁਖ ਭੁੰਚ, ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਦ। ਉਹ ਸ਼ਰਧਾ ਪ੍ਰੇਮ ਉਦਮ ਦੇ ਨਾਲ ਮਹਾਰਾਜ ਦੀ ਸੇਵਾ ਕਰਦੇ ਆ। ਤੇ ਭਾਈ ਦਾਨ ਕਰਦੇ ਆ, ਪੁੰਨ ਕਰਦੇ ਆ, ਭਲਾ ਕਰਦੇ ਆ, ਪਰਉਪਕਾਰ ਕਰਦੇ ਆ, ਤੇ ਆਪਣਾ ਜੀਵਨ ਸਫਲਾ ਕਰਦੇ ਆ। ਉਹ ਆਪਣੇ ਜੀਵਨ ਦੇ ਵਿੱਚ ਪਵਿੱਤਰ ਸਾਈਡ ਰੱਖਦੇ ਆ। ਕੁਛ ਵੀ ਹੋ ਜਾਵੇ, ਸੱਚੀ ਕਿਰਤ ਕਰਦੇ ਆ। ਤੇ ਨਾਮ ਜਪਦੇ ਆ ਤੇ ਵੰਡ ਕੇ ਛਕਦੇ ਆ। ਮਨ ਬਚਨ ਔਰ ਕਰਮ ਕਰਕੇ ਸ਼ੁੱਧ ਰਹਿੰਦੇ ਆ। ਮਨ ਕਰਕੇ ਕਿਸੇ ਦਾ ਬੁਰਾ ਨਹੀਂ ਸੋਚਦੇ, ਰਾਗ ਦਵੇਸ਼ ਨਹੀਂ ਕਿਸੇ ਨਾਲ ਕਰਦੇ। ਬਚਨ ਕਰਕੇ ਵੀ ਉਹ ਸ਼ੁਭ ਬੋਲਦੇ ਆ, ਚੰਗੀ ਸਲਾਹ ਦਿੰਦੇ ਆ। ਔਰ ਕਰਮ ਕਰਕੇ ਵੀ ਉਹ ਸੱਚੀ ਸੁੱਚੀ ਕਿਰਤ ਕਰਦੇ ਆ। ਉਹਦੇ ਵਿੱਚ ਹੀ ਉਹਨਾਂ ਨੂੰ ਫਾਇਦਾ ਹੋ ਜਾਂਦਾ ਵਾ। ਤੋ ਮਹਾਰਾਜ ਕਹਿੰਦੇ ਉਹ ਗੁਰਮੁਖ ਹੁੰਦੇ ਆ, ਉਹ ਗੁਰੂ ਦੀ ਮੱਤ ਦੇ ਅਨੁਸਾਰ ਚੱਲਦੇ ਆ। ਤੇ ਉਹ ਹੀ ਮਹਾਰਾਜ ਕਹਿੰਦੇ ਆ ਕਿ ਇੱਕ ਭਰਮ ਭੁਲੇ ਫਿਰੇ ਦਾ ਦਿਸ, ਇੱਕ ਨਾਮ ਲੱਗ ਸਵਾਰਿਆ। ਇਹ ਜਿਹੜਾ ਮਨਮੁਖ ਹੁੰਦਾ, ਉਹ ਭਰਮ ਦੇ ਵਿੱਚ ਭਟਕਦਾ ਰਹਿੰਦਾ। ਕਈ ਪ੍ਰਕਾਰ ਦੇ ਉਹਨੂੰ ਭਰਮ ਹੁੰਦੇ ਆ, ਭੈ ਹੁੰਦਾ। ਤੇ ਜਿਹੜਾ ਗੁਰਮੁਖ ਹੁੰਦਾ, ਉਹ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਗੁਰ ਪ੍ਰਸਾਦੀ ਮਨ ਭਇਆ, ਨਿਰਮਲ ਜਿਨਾ ਪਾਣਾ ਪਾਵੇ। ਭਾਈ ਜਿਹੜੇ ਗੁਰਮੁਖ ਮਰਿਆਦਾ ਦੇ ਵਿੱਚ ਰਹਿ ਕੇ ਗੁਰੂ ਦੀ ਸੇਵਾ ਕਰਦੇ ਆ,
ਤੇ ਉਹਨਾਂ ਦੇ ਮਨ ਦੇ ਵਿੱਚ ਆਨੰਦ ਪ੍ਰਗਟ ਹੁੰਦਾ। ਮਹਾਰਾਜ ਕਹਿੰਦੇ ਕਿ ਉਹਨਾਂ ਦਾ ਜਿਹੜਾ ਹਿਰਦਾ ਵਾ ਉਹ ਨਿਰਮਲ ਹੋ ਜਾਂਦਾ, ਰਾਗ ਦਵੇਸ਼ ਦੀ ਮੈਲ ਤੋਂ ਰਹਿਤ ਹੋ ਜਾਂਦਾ। ਕਿਉਂਕਿ ਰਾਗ ਦਵੇਸ਼ ਜਿਹੜਾ ਹੁੰਦਾ, ਈਰਖਾ ਵਕੀਲੀ, ਇਹੋ ਹੀ ਮੈਲ ਹੁੰਦੀ ਹੈ। ਤੋ ਸਤਸੰਗ ਦੇ ਵਿੱਚ ਜਾਣ ਦਾ ਕੀ ਫਾਇਦਾ ਹੁੰਦਾ? ਸਤਸੰਗ ਦੇ ਵਿੱਚ ਜਾ ਕੇ ਜੇਕਰ ਸੰਸਾਰ ਹੀ ਮੰਗਿਆ ਤੇ ਉਹ ਸਤਸੰਗ ਕਾਹਦਾ? ਸਤਸੰਗ ਕੈਸੋ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਤੋ ਮਾਇਆ ਜਿਹੜੀ ਹੁੰਦੀ ਆ ਉਹ ਬਲਵਾਨ ਹੁੰਦੀ, ਉਹ ਸਤਸੰਗ ਦੇ ਵਿੱਚ ਜਾ ਕੇ ਵੀ ਜੀਵ ਨੂੰ ਭਟਕਾ ਦਿੰਦੀ ਆ, ਤੇ ਜੀਵ ਸਤਸੰਗ ਦੇ ਵਿੱਚ ਜਾ ਕੇ ਵੀ ਧਨ ਪਦਾਰਥ ਮੰਗਦਾ, ਮਾਨ ਵਡਿਆਈ ਲੋਚਦਾ, ਜਿਹੜੀ ਕਿ ਸਤਸੰਗ ਦੀ ਮਹਿਮਾ ਤੋਂ ਉਲਟ ਆ। ਸਤਸੰਗ ਦੇ ਵਿੱਚ ਫਾਇਦਾ ਇਹ ਲੈਣਾ ਹੁੰਦਾ ਕਿ ਸਤੋ ਗੁਣ ਆ ਜਾਵੇ ਹਿਰਦੇ ਦੇ ਵਿੱਚ, ਰਾਗ ਦਵੇਸ਼ ਖਤਮ ਹੋ ਜਾਵੇ, ਈਰਖਾ ਵਕੀਲੀ ਖਤਮ ਹੋ ਜਾਵੇ ਤੇ ਹਿਰਦਾ ਪਵਿੱਤਰ ਹੋ ਜਾਵੇ, ਔਰ ਉਹ ਹਿਰਦਾ ਬਲਵਾਨ ਹੋ ਕੇ ਫਿਰ ਆਨੰਦ ਨੂੰ ਪ੍ਰਗਟ ਕਰਦਾ। ਤੋ ਮਹਾਰਾਜ ਕਹਿੰਦੇ ਇਹੋ ਹੀ ਗੁਰੂ ਦਾ ਪ੍ਰਸ਼ਾਦ ਹੁੰਦਾ। ਕਿਉਂਕਿ ਇੱਕ ਕੜਾਹ ਪ੍ਰਸ਼ਾਦ ਹੁੰਦਾ, ਉਹ ਦੇਹੀ ਨੂੰ ਪੁਸ਼ਟ ਕਰਦਾ, ਤੇ ਉਹਦਾ ਜਿਹੜਾ ਪਵਿੱਤਰ ਮਹਿਕ ਆ ਉਹ ਪਰਮਾਤਮਾ ਦੀ ਯਾਦ ਨੂੰ ਤਾਜ਼ਾ ਕਰਵਾਉਂਦਾ। ਜਿਹੜਾ ਗੁਰੂ ਮਹਾਰਾਜ ਦੇ ਘਰੋਂ ਕੜਾਹ ਪ੍ਰਸ਼ਾਦ ਮਿਲਦਾ, ਉਹ ਭਾਈ ਜਦੋਂ ਛਕਦੇ ਆ ਤੇ ਉਹਦਾ ਜਿਹੜਾ ਮਹਿਕ ਆ ਉਹ ਗੁਰੂ ਦੀ ਯਾਦ ਨੂੰ ਤਾਜ਼ਾ ਕਰਾਉਂਦਾ। ਤੇ ਜਿਹੜਾ ਗੁਰ ਪ੍ਰਸਾਦ ਆ ਉਹ ਭਾਈ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਗਿਆਨ ਪ੍ਰਾਪਤ ਹੁੰਦਾ, ਗਿਆਨ ਉਪਦੇਸ਼ ਮਿਲਦਾ, ਉਹ ਗਿਆਨ ਪ੍ਰਸਾਦ ਹੁੰਦਾ, ਉਸ ਨੂੰ ਗੁਰ ਪ੍ਰਸਾਦ ਕਹਿੰਦੇ ਆ। ਤੋ ਮਹਾਰਾਜ ਦੀ ਸਤ ਸੰਗਤ ਦੇ ਵਿੱਚੋਂ ਮਨ ਦੀ ਮੈਲ ਦੂਰ ਕਰਨੀ ਆ, ਆਪਣੇ ਮਨ ਨੂੰ ਪਵਿੱਤਰ ਕਰਨਾ, ਇਹ ਹੀ ਆਨੰਦ ਪ੍ਰਾਪਤੀ ਦਾ ਸਾਧਨ ਹੁੰਦਾ। ਕਹੇ ਨਾਨਕ ਜਿਸ ਦੇਹ ਪਿਆਰੇ ਸਈ ਜਨ ਪਾਵੇ। ਤੋ ਮਹਾਰਾਜ ਉਪਦੇਸ਼ ਕਰਦੇ ਆ ਕਿ ਭਾਈ हे ਪਿਆਰੇ ਪਰਮਾਤਮਾ ਜੀ, ਜਿਸ ਨੂੰ ਤੁਸੀਂ ਸ਼ਰਧਾ ਦੇਵੋ, ਪ੍ਰੇਮ ਦੇਵੋ, ਉਹੀ ਆਨੰਦ ਪਾ ਸਕਦਾ। ਉਦਮ ਕਰਦਿਆਂ ਕਰਦਿਆਂ ਕਈ ਵਾਰੀ ਪਰਮਾਤਮਾ ਦਾ ਪਿਆਰਾ ਜਿਹੜਾ ਉਹ ਪਰਮਾਤਮਾ ਦੇ ਨਾਲ ਦ੍ਰਿੜ ਹੋ ਜਾਂਦਾ, ਵਿਸ਼ਵਾਸ ਵਿੱਚ ਆ ਜਾਂਦਾ। ਤੋ ਮਹਾਰਾਜ ਕਹਿੰਦੇ ਕਿ ਉਹ ਹੀ ਪਰਮਾਤਮਾ ਦੇ ਮਿਲਣ ਦਾ ਕਾਰਨ ਬਣਦਾ। ਕਿਉਂਕਿ ਮਾਲਾ ਜਿਹੜੀ ਆ ਉਹ ਤੇ ਬਾਜ਼ਾਰ ਦੇ ਵਿੱਚੋਂ ਖਰੀਦ ਸਕਦਾ, ਪਰ ਸ਼ਰਧਾ ਥੋੜੀ ਬਾਜ਼ਾਰ ਦੇ ਵਿੱਚੋਂ ਖਰੀਦ ਸਕਦਾ। ਗੁਟਕਾ ਤੇ ਬਾਜ਼ਾਰ ਦੇ ਵਿੱਚੋਂ ਖਰੀਦ ਸਕਦਾ, ਪਰ ਪ੍ਰੇਮ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦ ਸਕਦਾ। ਇਸੇ ਤਰ੍ਹਾਂ ਹੀ ਮਹਾਰਾਜ ਪਰਮੇਸ਼ਰ ਪਰਮਾਤਮਾ ਜੀ ਉਪਦੇਸ਼ ਕਰਦੇ ਆ ਕਿ ਭਾਈ ਇਹ ਵਸਤੂਆਂ ਜਿਹੜੀਆਂ ਹੈਗੀਆਂ ਇਹ ਬੇਸ਼ੁਮਾਰ ਕੀਮਤੀ ਆ, ਇਹ ਬਾਜ਼ਾਰ ਦੇ ਵਿੱਚੋਂ ਮੁੱਲ ਨਹੀਂ ਖਰੀਦੀਆਂ ਜਾਂਦੀਆਂ, ਇਹ ਹਿਰਦੇ ਦੇ ਵਿੱਚੋਂ ਪ੍ਰਗਟ ਕੀਤੀਆਂ ਜਾਂਦੀਆਂ। ਔਰ ਇਹਨਾਂ ਨੂੰ ਜਦੋਂ ਮੰਥਨ ਕਰਦੇ ਆ, ਇਹਨਾਂ ਦਾ ਭਾਵ ਕਰਦੇ ਆ, ਤਾਂ ਫਿਰ ਇਹ ਚੀਜ਼ਾਂ ਅੰਦਰੋਂ ਹੀ ਪ੍ਰਗਟ ਹੁੰਦੀਆਂ ਤੇ ਉਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਸ ਆਨੰਦ ਤੋਂ ਜੀਵ ਵਿਛੜਿਆ ਹੋਇਆ ਵਾ।
ਤੋ ਸਾਧ ਸੰਗਤ ਨਾਮ ਦਾਨ ਇਸ਼ਨਾਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਤੋਂ ਮੰਗਣਾ, ਸ਼ਰਧਾ ਪ੍ਰੇਮ ਵਿਸ਼ਵਾਸ ਮੰਗਣਾ, ਸੇਵਾ ਸਿਮਰਨ ਪਰਉਪਕਾਰ ਦਇਆ ਕਰਨੀ ਆ, ਉਦਮ ਕਰਨਾ ਤੇ ਆਪਣਾ ਜੀਵਨ ਸਫਲਾ ਕਰਨਾ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।